ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਲਾਰ ਮਹੱਲਾ ਪਹਿਲਾ, ਪੰਨਾ ਨੰਬਰ 1257। ਬਾਗੇ ਕਾਪੜ ਬੋਲੇ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ। ਕਬੂ ਸਾਹਿਬ ਦੇਖਿਆ ਪੈਣ, ਊਡਾਂ ਊਡ ਚੜ੍ਹਾਂ ਅਸਮਾਨ। ਸਾਹਿਬ ਸਮਰੱਥ ਤੇਰੇ ਤਾਣ, ਜਲ ਥਲ ਡੂੰਗਰ ਦੇਖਾਂ ਤੀਰ। ਥਾਨ ਤਨੰਤਰ ਸਾਹਿਬ ਵੀਰ, ਜਿਨ ਤਨ ਸਾਜ ਦੀਏ ਨਾਲ ਖੰਭ। ਅਤ ਤ੍ਰਿਸ਼ਨਾ ਉਡਣੇ ਕੀ ਡੰਜ, ਨਦਰ ਕਰੇ ਤਾਂ ਬੰਦਾਂ ਧੀਰ। ਜਿਉਂ ਬੁਖਾਲੇ ਤਿਉਂ ਵੇਖਾਂ ਵੀਰ, ਨਾ ਇਹੋ ਤਨ ਜਾਏਗਾ ਨਾ ਜਾਏਂਗੇ ਖੰਭ। ਪੌਣੇ ਪਾਣੀ ਅਗਨੀ ਕਾ ਸੰਵੰਦ, ਨਾਨਕ ਕਰਮ ਹੋਵੇ ਜਪੀਏ ਕਰ ਗੁਰਪੀਰ। ਸੱਚ ਸਮਾਵੇ ਇਹ ਸਰੀਰ। ਕੀ ਸਮਝਾਉਣਾ ਚਾਹੁੰਦੇ ਆ ਸਤਿਗੁਰ? ਸਤਿਗੁਰਾਂ ਦਾ ਜੀਵਨ ਸਾਰੇ ਧਰਮਾਂ ਨੂੰ ਸਮਝਾਇਆ ਸਤਿਗੁਰਾਂ ਨੇ, ਅੱਗੇ ਪ੍ਰੇਰਿਆ ਭਾਈ ਅੱਗੇ ਚੱਲਣਾ ਹੈ। ਇੱਥੇ ਵੀ ਕਿਸੇ ਵੈਸ਼ਨੂੰ ਮੱਤ ਵਾਲੇ ਨੂੰ ਸਮਝਾ ਰਹੇ। ਬਾਗੇ ਕੱਪੜ ਤਾਂ ਫਿਰ ਚਿੱਟੇ ਤਾਂ ਉਹਨਾਂ ਦੇ ਹੁੰਦੇ ਸੀ, ਬੜੇ ਮਿੱਠੇ ਬੋਲਦੇ ਨੇ, ਲੰਮਾ ਆਪਦੀ ਜਿਹੜੀ ਮੱਤ ਵਾ ਉਹਨੂੰ ਉੱਚਾ ਕਰਕੇ ਪੁਕਾਰਦੇ ਨੇ। ਪਰ ਸਤਿਗੁਰ ਕਹਿੰਦੇ ਬਾਗੇ ਕਾਪੜ ਬੋਲੇ ਬੈਣ, ਲੰਬਾ ਨੱਕ ਕਾਲੇ ਤੇਰੇ ਨੈਣ। ਉਹ ਭਾਈ ਅਗਿਆਨਤਾ ਹੈ ਤੇਰੇ ਅੰਦਰ, ਤਾਂ ਤੇਰੀ ਬੁੱਧੀ ਤਾਂ ਕਾਲੇ ਲੇਖ ਲਿਖ ਰਹੀ ਹੈ। ਤੇਰੀ ਮਤ ਸੰਸਾਰ ਵੱਡੀ ਹੋਵੇ, ਮੰਨਦਾ ਹੋਵੇ, ਲੰਮਾ ਨੱਕ ਤੇਰਾ ਹੋਵੇ, ਤੇਰੀ ਇੱਜ਼ਤ ਹੋਵੇ, ਸੰਸਾਰ ਤੈਨੂੰ ਮੰਨਦਾ ਹੋਵੇ, ਪਰ ਤੂੰ ਤਾਂ ਅਗਿਆਨਤਾ ਦੇ ਵਿੱਚ ਹੈ ਭਾਈ। ਕਬੂ ਸਾਹਿਬ ਦੇਖਿਆ ਪੈਣ, ਦੇਖੀਏ ਕੁਦਰਤ ਜਿਹੜੀ ਤੂੰ ਵਿਚਾਰ ਦੱਸ ਰਿਹਾ ਵਾ। ਸਰੀਰ ਨਾਲ ਜੁੜਿਆ ਬੈਠਾ ਤੂੰ। ਭਗਤ ਕਬੀਰ ਜੀ ਕੀ ਸਮਝਾਉਂਦੇ ਇਹਨਾਂ ਲੋਕਾਂ ਨੂੰ ਜਿਹੜੇ ਭੇਖ ਬਣਾ ਲੈਂਦੇ ਨੇ। ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ। ਇੱਕ ਸਰ ਕੇ ਨਾਮ ਬਿਨ ਬੰਦੇ ਜਮ ਪਰ ਜਾਏ। ਭਗਤ ਕਬੀਰ ਜੀ ਕਹਿੰਦੇ ਮਹਿੰਗੇ ਵਸਤਰ ਸਫੇਦ ਪਾ ਕੇ, ਆਪਦੀਆਂ ਮੱਤਾਂ ਦੇ ਮਹਿੰਗੇ ਵਸਤਰ ਉੱਪਰ ਦੇਖਿਆ ਆਪਾਂ ਪ੍ਰਚਾਰ ਕਰਦੇ, ਮੂੰਹ ਚ ਬੋਲਦੇ ਨੇ। ਫਿਰ ਸੰਸਾਰ ਦੀ ਵਡਿਆਈ ਦਾ ਨਸ਼ਾ ਉਹਨਾਂ ਨੂੰ ਕਿਵੇਂ ਉਹ ਕਾਲ ਦੇ ਵਸ ਹੁੰਦੇ ਨੇ, ਗੁਨਾਹ ਕਰ ਰਹੇ ਨੇ, ਅਗਿਆਨੀ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਧਰਮ ਦੇ ਨਾਂ 'ਤੇ। ਉਹਨਾਂ ਨੂੰ ਫੜਿਆ ਚੋਟੀ ਤੋਂ ਗੁਰੂ ਸਾਹਿਬ ਨੇ, ਦੇਖਿਆ ਵੀ ਆ। ਕਹਿੰਦੇ ਕਿ ਗੱਲਾਂ ਹੀ ਭਾਈ ਉਹ ਜਾਣੀ ਜਾਣ ਨੇ ਕਿ ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਸੰਸਾਰ ਕੁਦਰਤ। ਪਿਤਾ ਕਾ ਜਨਮ ਕਿਆ ਜਾਣੇ ਪੂਤ, ਕੀ ਜਾਣੂ ਪੂਤ ਕੀ ਜਾਣੂ, ਪਰ ਜਾਣਨਾ ਹੈ ਆਪਣਾ ਪਿਤਾ ਕੌਣ ਹੈ ਆਤਮਾ ਕਰਕੇ। ਸਰੀਰ ਕਰਕੇ ਤਾਂ ਆਪਾਂ ਜਾਣਦੇ ਹੀ ਹਾਂ। ਉਹ ਪੂਤ ਦਾ ਪਿਤਾ ਕਿਹੜਾ ਵਾ? ਸਗਲ ਪਰੋਈ ਜਿਨ ਆਪਣੇ ਸੂਤ, ਸਾਰੀ ਸ੍ਰਿਸ਼ਟੀ ਗਿਆਨ ਨਾਲ ਬੰਨ੍ਹ ਕੇ ਰੱਖੀ ਹੋਈ ਹੈ। ਇੱਥੇ ਵੈਸ਼ਨੂੰ ਮੱਤ ਵਾਲੇ ਨੂੰ ਸਮਝਾ ਰਹੇ ਨੇ ਭਾਈ ਬੱਗੇ ਕਾਪੜ ਬੋਲੇ ਵੈਣ, ਲੰਬਾ ਨੱਕ ਕਾਲੇ ਤੇਰੇ ਨੈਣ। ਕੀ ਕਰ ਰਿਹਾ? ਫਿਰ ਅੱਗੇ ਸਮਝਾਉਂਦੇ ਨੇ। ਇੱਥੋਂ ਸੰਬੋਧਨ ਦਾਤੇ ਨੂੰ ਹੈ, ਹੁਕਮ ਨੂੰ। ਊਡਾਂ ਊਡ ਚੜ੍ਹਾਂ ਅਸਮਾਨ, ਸਾਹਿਬ ਸਮਰੱਥ ਤੇਰੇ ਤਾਣ। ਇਹ ਦਾਤਾ ਤੇਰੀ ਤਾਣ ਜਿਹੜੀ ਸ਼ਕਤੀ ਹੈ, ਗਿਆਨ ਸ਼ਕਤੀ ਹੈ, ਬੁੱਧ ਵਾਲਾ ਸ੍ਰਿਸ਼ਟੀ ਦਾ ਮਾਲਕ ਹੈ ਤੂੰ। ਸਾਰਿਆਂ ਨੂੰ ਨੱਥ ਪਾ ਕੇ ਰੱਖੀ ਹੋਈ ਹੈ। ਉਹ ਤਾਣ ਨਾਲ ਮੈਂ ਦੇਖ ਰਿਹਾ ਸਾਰਾ, ਉੱਚਾ ਚੜ੍ਹ ਕੇ ਸਾਰਿਆਂ ਨੂੰ, ਤੇਰੀ ਕਿਰਪਾ। ਫਿਰ ਉਹਨੂੰ ਸਮਝਾ ਰਹੇ ਨੇ ਬਾਗੇ ਕਾਪੜ ਵਾਲੇ ਨੂੰ, ਜਲ ਥਲ ਡੂੰਗਰ ਦੇਖਾਂ ਤੀਰ। ਥਾਨ ਤਨੱਤਰ ਸਾਹਿਬ ਵੀਰ, ਹੈ ਮੇਰੇ ਵੀਰ। ਸਤਿਗੁਰ ਕਿਸੇ ਨੂੰ ਨੀਵਾਂ ਦਿਖਾਉਣੇ ਨਹੀਂ ਚਾਹੁੰਦੇ ਸੀ, ਉਹਦੇ ਅੰਦਰੋਂ ਹੀ ਬੁਲਾਉਂਦੇ ਸੀਗੇ। ਸਾਰੀਆਂ ਮੱਤਾਂ ਨੂੰ ਉਹਨਾਂ ਦੇ ਵਿੱਚੋਂ ਹੀ ਸਮਝਾਇਆ, ਉਹਨਾਂ ਦੇ ਚਿੰਨ੍ਹਾਂ 'ਚੋਂ। ਉਹ ਸਰੀਰ ਨੂੰ ਹੀ ਰੱਬ ਮੰਨਦੇ ਸੀ। ਮਾਣੋ ਕੀ ਟੇਕ ਬਿਰਸੀ ਜਾਣ ਦੇਵਨ ਕੋ ਏਕੇ ਭਗਵਾਨ। ਇੱਧਰ ਭਗਤ ਕਬੀਰ ਜੀ ਕੀ ਸਮਝਾਉਂਦੇ ਨੇ? ਕਬੀਰ ਸਿੱਖ ਸਖਾ ਬਹੁਤੇ ਕੀਏ, ਕੇਸੋ ਕੀ ਉਹਨਾਂ ਉਮੀਦ ਬੁੱਧੀ। ਕਹਿੰਦੀ ਵੀ ਇਹ ਕਿਉਂ ਫਸ ਜਾਂਦੇ ਨੇ? ਕਹਿੰਦੇ ਚਾਲੇ ਥੇ ਹਰ ਮਿਲਣ ਕੋ ਵਿੱਚੇ ਅੜ ਕੇ। ਉਹ ਚੀਤ ਹਰੀ ਤਾਂ ਦੂਰ ਹੈ ਭਾਈ, ਮਾਇਆ ਫਸਾ ਲੈਂਦੀ ਹੈ, ਚੇਲੇ ਬਣਾ ਲੈਂਦੇ ਨੇ। ਕੇਸੋ ਕੁਦਰਤ ਅੱਗੇ ਨਹੀਂ ਝੁਕਦੇ ਹੈਗੇ। ਅੱਗੇ ਭਗਤ ਕਬੀਰ ਜੀ ਕੀ ਸਮਝਾਉਂਦੇ? ਕਬੀਰ ਮਨ ਪੰਖੀ ਪਿਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਫਿਰ ਉਹੋ ਜਿਹੀ ਫਲ ਮਿਲਣਾ ਭਾਈ ਜਿਹੋ ਜਿਹੀ ਸੰਗਤ ਕਰਦੇ, ਜਿਹੋ ਜਿਹਾ ਉਹਨਾਂ ਨੂੰ ਗਿਆਨ ਹੁੰਦਾ ਸੰਸਾਰੀ ਗੁਰੂਆਂ ਨੂੰ। ਪਰ ਗੁਰੂ ਤਾਂ ਇੱਕ ਹੀ ਹੈ ਭਾਈ, ਪਰਮੇਸ਼ਰ। ਗੁਰਮਤਿ ਦੇ ਵਿੱਚ ਤਾਂ ਉਹਨੂੰ ਹੀ ਕਿਹਾ ਵਾ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਭਗਤਾਂ ਦਾ ਕੋਈ ਗੁਰੂ ਨਹੀਂ, ਪਰਮੇਸ਼ਰ ਗੁਰੂ ਹੈ ਭਾਈ। ਪੰਡਤ ਬਾਰੇ ਤੁਹਾਨੂੰ ਪਤਾ ਹੀ ਆ, ਇਹ ਵੈਸ਼ਨੂੰ ਮੱਤਾਂ ਬਾਰੇ ਵੀ ਤੁਹਾਨੂੰ ਪਤਾ ਹੀ। ਅਸੀਂ ਜਾਣ ਕੇ ਜਾਲ 'ਚ ਫਸਦੇ ਹਾਂ। ਕਿਉਂ ਫਸਦੇ? ਸਾਨੂੰ ਗਿਆਨ ਨਹੀਂ ਹੈਗਾ। ਗੁਰੂ ਛੱਡਤਾ ਨਾ ਅਸੀਂ। ਗੁਰ ਕੀ ਮੱਤੂ ਲੈ ਹੋਏ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਡੁੱਬੇ ਹੋਏ ਨੇ ਸਿਆਣੇ ਸਾਰੇ ਭਾਈ, ਸਰੀਰ ਨਾਲ ਜੁੜ ਕੇ ਵਡਿਆਈ ਦੇ ਭੁੱਖੇ ਨੇ। ਭੇਖ ਦਿਖਾਇਓ ਜਗਤ ਮੇ ਲੋਗਨ ਕੋ ਬਸਕੀਨ, ਅੰਤ ਵਾਰ ਕਾਤੀ ਕਟਿਓ ਵਾਸ ਨਰਕ ਮੇ ਲੀਨ।
ਸਤਿਗੁਰੂ ਸਮਝਾਉਂਦੇ ਆ ਥਾਨ ਤੰਤਰ ਸਾਹਿਬ ਤਾਂ ਸਰਬ ਵਿਆਪੀ ਹੈ ਭਾਈ। ਅੱਗੇ ਕੀ ਸਮਝਾਉਂਦੇ ਨੇ, ਜਿਨ ਤਨ ਸਾਜ ਦੀਏ ਨਾਲ ਖੰਭ ਅਤ ਤ੍ਰਿਸ਼ਨਾ ਉਡਣੇ ਕੀ ਡੰਜ। ਕਿਹੜੇ ਖੰਭ ਨੇ ਭਾਈ? ਉਹ ਸਤਿਗੁਰਾਂ ਦੇ ਵਚਨ ਲੈਂਦੇ ਆਪਾਂ। ਖੰਭ ਵਿਕੰਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸਤਿਗੁਰੂ ਸਮਝਾਉਂਦੇ ਆ ਮੈਂ ਆਪ ਦਾ ਆਪ ਸਾਰਾ ਦੇ ਦਮ ਜੇ ਮਿਲ ਜੇ ਨੇ ਖੰਭ ਉੱਡਣ ਵਾਲੇ। ਉਹ ਕਿਹੜੇ ਨੇ ਭਾਈ? ਉਹੀ ਤਾਂ ਹੈ ਪਾਰ ਜਾਤੇ ਹਰ ਕੋ ਨਾਮ ਹੁਕਮ। ਪਰ ਜਦ ਤੱਕ ਅਸੀਂ ਇੱਕ ਨਹੀਂ ਹੁੰਦੇ, ਰਾਮਾਨੰਦ ਜੀ ਨੇ ਲਿਆ ਫਿਰ ਉਹ ਖੰਭ ਮੁੱਲ ਲਏ। ਕਿਵੇਂ ਲਏ? ਸਾਰੇ ਸੰਸਾਰ ਦੀ ਵਡਿਆਈ ਛੱਡਤੀ। ਹਿੰਦੂ ਮਤ ਦਾ ਸਭ ਤੋਂ ਵੱਡਾ ਗੁਰੂ ਰਾਮਾਨੰਦ ਜੀ। ਰਾਮਾਨੰਦ ਜੀ ਦਾ ਆਪਣੇ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਦਰਜ ਹੈ। ਜਦੋਂ ਭਗਤ ਕਬੀਰ ਜੀ ਮਗਹਰ ਤੋਂ ਆਏ, ਬਨਾਰਸ ਛੱਡ ਕੇ ਚਲੇ ਗਏ ਸੀ, ਸਗਲ ਜਨਮ ਸੇ ਪੂਰੀ ਗਵਾਇਆ, ਤਾਂ ਰਾਮਾਨੰਦ ਜੀ ਨੇ ਕਿਹਾ ਭਗਤ ਜੀ ਇੱਧਰ ਵੀ ਕਿਰਪਾ ਕਰੋ। ਤਾਂ ਉਹਨਾਂ ਨੂੰ ਵੀ ਇਹ ਪ੍ਰਗਾਸ ਹੋਇਆ। ਫਿਰ ਉਹਨਾਂ ਨੇ ਜਿਹੜਾ ਸਰੀਰ ਬਾਹਰਲੀ ਭਗਤੀ ਤਿਆਗ ਕੇ ਸਾਰੀ ਸ਼ਿਵਨਗਰੀ ਨੂੰ ਸਮਝਾਇਆ। ਕਹਿੰਦੇ ਉਹਾਂ ਤੋਂ ਜਾਊਂ ਜੋ ਇਹਾਂ ਨਾ ਹੋਵੇ। ਭਾਈ ਉਹ ਤਾਂ ਅੰਦਰ ਹੀ ਹੈ। ਪਹਿਲਾਂ ਅਸੀਂ ਬਾਹਰ ਲੱਭਦੇ ਰਹਿੰਦੇ ਹਾਂ। ਕਿਉਂ ਲੱਭਦੇ ਰਹਿੰਦੇ ਹਾਂ? ਭਗਤ ਕਬੀਰ ਜੀ ਨੇ ਪਿੱਛੇ ਆਪਾਂ ਨੂੰ ਸਮਝਾਇਆ, ਜਿਹੋ ਜਿਹੀ ਆਪਾਂ ਨੂੰ ਸੰਗਤ ਮਿਲਦੀ ਹੋਏ ਸਾਡੇ 'ਤੇ ਗਿਆਨ ਹੋ ਜਾਂਦਾ ਹੈ। ਉਹ ਭਾਈ ਕੁਦਰਤ ਦਾ ਬਿਆਨ ਕਿਵੇਂ ਕਰੂਗਾ ਕੋਈ? ਕਿਸੇ ਨੂੰ ਭੁਲੇਖਾ ਲੱਗ ਗਿਆ, ਅਸੀਂ ਉਹਦੇ ਬਾਰੇ ਇਹ ਸਮਝਾ ਰਹੇ ਹਾਂ ਸਾਰੀ ਖੇਲ ਭਾਈ। ਉਹ ਜਿਹੜਾ ਦੂਆ ਸ਼ਬਦ ਹੈ ਪਹਿਲਾਂ ਉਹਨੂੰ ਪੂਰਾ ਪੜ੍ਹਿਆ ਕਰੋ। ਸ਼ਬਦ ਦੀ ਚਾਲ ਹੁੰਦੀ ਹੈ, ਤੇਰੇ ਦੰਤ ਰਸਾਲਾ। ਕੁਦਰਤ ਦੀ ਗੱਲ ਨਹੀਂ ਹੈਗੀ ਉਹ। ਜਦੋਂ ਮਨ ਚਿੱਤਕ ਹੋ ਜਾਂਦੇ ਨੇ ਫਿਰ ਇਹ 'ਚੋਂ ਰਸ ਆਉਂਦਾ ਹੈ ਹਰ ਦਾ। ਇਕਾਗਰ ਹੋ ਜਾਂਦੇ ਨੇ, ਮਨ ਦੀ ਮ੍ਰਿਤਿੂ ਹੋ ਜਾਂਦੀ ਹੈ ਇੱਛਾ ਦੀ, ਅਤੇ ਬੁੱਧੀ ਆਪਦੇ ਮੂਲ ਹਰ 'ਚ ਲੈ ਹੋ ਜਾਂਦੀ। ਉਸ ਟਾਈਮ ਤੋਂ ਬਾਅਦ, ਉਸ ਅਵਸਥਾ ਤੋਂ ਬਾਅਦ ਆਪਾਂ ਨੂੰ ਹਰ ਰਸ ਆਉਂਦਾ ਵਾ। ਕੁਦਰਤ ਉਦੋਂ ਅੱਗੇ ਆ ਹਲੇ ਹੁਕਮ ਤਾਂ। ਖੰਭ ਵਿਕੰਦੜੇ ਜੇ ਲਹਾਂ ਕਿੰਨਾ ਸਾਵੀ ਤੋਲ। ਦੇਖੋ ਰਾਮਾਨੰਦ ਜੀ ਨੇ ਫਿਰ ਸਾਰੇ ਸੰਸਾਰ ਦੀ ਵਿੜਾਈ ਛੱਡ ਕੇ ਗੁਰਮਤਿ ਅਪਣਾਈ। ਉਹੀ ਭਗਤ ਕਬੀਰ ਜੀ, ਪਹਿਲਾਂ ਉਹਨਾਂ ਤੋਂ ਮਾਲਾ ਲਈ ਸੀ ਭਗਤ ਕਬੀਰ ਜੀ ਨੇ, ਫਿਰ ਉਹਨਾਂ ਨੂੰ ਹੀ ਸਮਝਾਇਆ ਗੁਰੂ ਇੱਕ ਹੀ ਹੈ ਭਾਈ। ਸੰਸਾਰ ਦਾ ਗੁਰੂ ਹੋ ਮਾਇਆ ਧਾਰੀ ਦਾ। ਆਤਮਾ ਕਰਕੇ ਤਾਂ ਕੁਦਰਤ ਹੀ ਹੈ ਭਾਈ। ਬੀਜ ਮੰਤਰ ਸਰਬ ਕੋ ਗਿਆਨ। ਸਾਰੀ ਕਾਇਨਾਤ ਨੂੰ, ਚਾਰੇ ਖਾਣੀਆਂ ਨੂੰ, ਖੰਡ ਬ੍ਰਹਿਮੰਡਾਂ ਨੂੰ, ਸਾਰਿਆਂ ਨੂੰ ਤਾਂ ਬੰਨਿਆ ਹੋਇਆ ਉਹਨੇ ਭਾਈ। ਉਹ ਅੱਖਾਂ ਦਾ ਵਿਸ਼ਾ ਨਹੀਂ ਆਪਣਾ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ। ਜਦੋਂ ਅਸੀਂ ਰਾਤ ਨੂੰ ਸੌਂਦੇ ਉਹਨੂੰ ਮਹਿਸੂਸ ਕਰਦੇ। ਕਈ ਵਾਰ ਆਪਾਂ ਦੇਖਿਆ, ਆਪਾਂ ਨੂੰ ਸੁਪਨੇ ਦੇ ਵਿੱਚ ਨਾ ਕੋਈ ਐਸੀਆਂ ਚੀਜ਼ਾਂ ਹੁੰਦੀਆਂ ਆਪਾਂ ਨੂੰ ਚੋਟ ਪੈਂਦੀ ਹੈ ਉਹਨਾਂ ਦੇ, ਪਰ ਚੋਟ ਲੱਗਦੀ ਹੈ ਨਹੀਂ। ਉਹੀ ਤਾਂ ਅਸਲੀ ਸਰੀਰ ਹੈ, ਉਹਨੂੰ ਮਹਿਸੂਸ ਕਰ ਸਕਦੇ ਹਾਂ, ਉਹ ਵੀ ਗਿਆਨ ਨਾਲ। ਇਹ ਚੋਟ ਜਿਹੜੀ ਪੈਂਦੀ ਹੈ ਇੱਛਾ ਦੀ, ਸਾਡੇ ਮਨ ਨੂੰ ਹੀ ਪੈਂਦੀ ਹੈ ਸੰਸਾਰੀ। ਉਹ ਆਪਾਂ ਦੇਖਣਾ ਵਾ, ਇੱਛਾ ਤੋਂ ਮੁਕਤ ਹੋਣਾ ਆਪਾਂ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਇਹਨੂੰ ਵਿਚਾਰਾਂਗੇ, ਗਿਆਨ ਹੋਊ। ਗਿਆਨ ਤੋਂ ਬਾਅਦ ਆਪਾਂ ਨੂੰ ਇਹ ਭਾਈ ਸਾਰੀ ਖੇਲ ਸਮਝ ਆਉਣੀ ਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਿਨ ਤਨ ਸਾਜ ਦੀਏ ਨਾਲ ਖੰਭ ਅਤ ਤ੍ਰਿਸ਼ਨਾ ਉਡਣੇ ਕੀ ਡੰਜ। ਇੱਛਾ ਜਿਹੜੀ ਸਾਨੂੰ ਉਹ ਲਈ ਫਿਰਦੀ ਹੈ, ਇੱਛਾ ਦੇ ਕਰਕੇ ਸਾਡਾ ਜਨਮ ਹੈ। ਅਤ ਤ੍ਰਿਸ਼ਨਾ ਉਡਣੇ ਕੀ ਡੰਜ। ਹੁਣ ਸਾਡੀ ਜਿਹੜੀ ਜੀਵਨ ਹੈ, ਸਾਡੀ ਜੀਵਨੀ ਹੈ ਸੰਸਾਰੀ, ਉਹ ਕੀ ਹੈ? ਤ੍ਰਿਸ਼ਨਾ ਦੀ ਅਗਨੀ 'ਤੇ ਬੈਠੇ ਹਾਂ ਅਸੀਂ। ਕਲਯੁਗ ਰਥ ਅਗਨ ਕਾ ਕੋੜ ਅੱਗੇ ਰਥਵਾ। ਅਗਨੀ ਦੀ ਸਵਾਰੀ ਹੈ ਸਾਡੀ, ਪਰ ਉਹ ਦੀਂਦੀ ਨਹੀਂ ਅਗਨੀ। ਤ੍ਰਿਸ਼ਨਾ ਵਾ, ਉਹਨੂੰ ਦੇਖੋ ਭਾਈ ਕਿੰਨੀ ਕਾ ਹੈ। ਉਹ ਗੁਰੂ ਸ਼ਬਦ ਦੇ ਗਿਆਨ ਨਾਲ ਆਪਾਂ ਆਪਣਾ ਖੋਜਣਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ, ਨਦਰ ਕਰੇ ਤਾਂ ਬੰਦਾ ਧੀਰ, ਜਿਉਂ ਵਿਖਾਲੇ ਤੋਂ ਵੇਖਾਂ ਵੀ। ਸਤਿਗੁਰ ਸਮਝਾਉਂਦੇ ਆ ਵੈਸ ਨੂੰ ਮੱਤ ਵਾਲੇ ਨੂੰ ਭਾਈ, ਜੇ ਉਹਦੀ ਨਜ਼ਰ ਹੋਵੇ, ਮਨ ਸ਼ਾਂਤ ਹੋਵੇ, ਮਨ ਇੱਕ ਹੋ ਜਾਵੇ, ਮਨ ਬੁੱਧੀ ਆਪਦੇ ਮੂਲ ਹਰ 'ਚ ਲੈ, ਫਿਰ ਹਰੀ ਦਾ ਦਰਸ਼ਨ ਹੁੰਦਾ ਹੈ। ਫਿਰ ਅੱਗੇ ਹੁਕਮ ਦਾ, ਉਹ ਤਾਂ ਕਥਨ ਤੋਂ ਹੀ ਪਰੇ ਹੈ ਸਾਰੀ ਖੇਲ। ਨਾ ਇਹੋ ਤਨ ਜਾਏ ਨਾ ਜਾਏਂਗੇ ਖੰਭ ਹੈ। ਸਰੀਰ ਦੀ ਗੱਲ ਨਹੀਂ ਭਾਈ, ਦੋ ਦੇਹੀਆਂ ਨੇ ਆਪਣੀਆਂ। ਦੇਹੀ ਗੁਪਤ ਬਦੇਹੀ ਦਿਸਿਆ, ਸਾਨੂੰ ਦੀਂਦੀ ਅੰਦਰਲੀ ਨਹੀਂ ਦੀਂਦੀ। ਉਹੀ ਤਾਂ ਆਪਾਂ ਦਰਸ਼ਨ ਕਰਨਾ ਉਹਦਾ, ਉਹੀ ਤਾਂ ਇੱਕ ਕਰਨੀ ਹੈ। ਪੌਣੇ ਪਾਣੀ ਅਗਨੀ ਕਾ ਸੰਬੰਧ। ਇਹ ਸਰੀਰ ਪੌਣ ਪਾਣੀ ਅਗਨੀ ਦਾ ਸਰੀਰ ਹੈ ਬਾਹਰਲਾ, ਅੰਦਰ ਤ੍ਰਿਸ਼ਨਾ ਦਾ ਵਾ। ਉਹ ਤ੍ਰਿਸ਼ਨਾ ਜਦੋਂ ਸਾਡੀ ਚਲੀ ਜਾਂਦੀ ਹੈ, ਸਤਿਗੁਰੂ ਸਮਝਾਉਂਦੇ ਨੇ ਸੁਖਮਨੀ ਸਾਹਿਬ 'ਚ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ, ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਤ੍ਰਿਸ਼ਨਾ ਜਦੋਂ ਜਾਂਦੀ ਹੈ, ਇੱਛਾ ਫਿਰ ਸੰਸੋਝੀ ਹੁੰਦੀ ਹੈ। ਪਰ ਫਿਰ ਵੀ ਅਸੀਂ ਜਦੋਂ ਜਹਿ 'ਚ ਲੱਗੇ ਰਹਿੰਦੇ ਹਾਂ ਭਾਈ, ਆਪਦੇ ਆਪ ਨੂੰ ਬਹੁਤ ਸਿਆਣੇ ਬਣੇ ਹੈ। ਜੋ ਜੋ ਜਗਤ ਮੇਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਸਤਿਗੁਰੂ ਸਮਝਾਉਂਦੇ ਆ ਕਿ ਨਾਨਕ ਕਰਮ ਹੋਵੇ ਜਪੀਏ ਕਰ ਗੁਰ ਪੀਰ। ਜਿਹਦੀ ਕਿਰਪਾ ਰਹਿਮਤ ਹੋਵੇ, ਨਦਰ ਹੋਵੇ, ਜਪੀਏ ਤੋਂ ਭਾਵ ਲੱਗੇ ਰਹੀਏ। ਗੁਰ ਗਿਆਨ ਉਹ ਪੀਰ ਜਿਹੜਾ ਅੰਦਰ ਬੈਠਾ ਸਾਡੀ ਸਾਰਿਆਂ ਦੀ ਜਾਣਦਾ ਵਾ।
ਬਾਚੇ ਧਰਮ ਹਦੂਰ ਆਪਾਂ ਸਲੋਕ ਵੀ ਰੋਜ਼ ਪੜ੍ਹਦੇ ਹਾਂ। ਅੰਦਰ ਵਾਚ ਰਿਹਾ ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ, ਉਹੀ ਤਾਂ ਸਤਿਗੁਰ ਹੈ। ਉਹ ਤਾਂ ਜਾਗਦਾ ਵਾ, ਸਾਰੀ ਜੂਨੀਆਂ 'ਚ ਜਾਗਦਾ, ਮਨ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦਾ ਵਾ। ਸਤਿਗੁਰ ਜਾਗਤਾ ਹੈ ਦਿਓ, ਤਈਓ ਤਾਂ ਆਪਣਾ ਸਾਹ ਚੱਲਦਾ ਭਾਈ। ਸੱਚ ਸਮਾਵੇ ਇਹ ਸਰੀਰ, ਉਹ ਫਿਰ ਸੱਚ ਸਮਾਉਂਦੇ ਨੇ ਜਿਹੜੇ ਇੱਕ ਹੋ ਜਾਂਦੇ ਨੇ। ਆਹ ਸਰੀਰ ਮਿੱਟੀ ਦਾ ਇੱਥੋਂ ਹੀ ਲਿਆ ਭਾਈ। ਭਗਤ ਕਬੀਰ ਜੀ ਦਾ ਸਲੋਕ ਲੈਂਦੇ, ਜੇ ਫਿਰ ਵੀ ਕਿਸੇ ਨੂੰ ਵਹਿਮ ਹੈ ਵੀ ਇਹੀ ਸਰੀਰ ਰੱਬ ਹੈ। ਕੀ ਕਹਿੰਦੇ ਕਬੀਰ, ਪਰਦੇਸੀ ਕੇ ਘਾਹ ਕਰੇ 34 ਲਾਗੀ ਆਗ, ਕਿੰਥਾ ਜਲ ਕੋਇਲਾ ਪਈ ਧਾਗੇ ਅੰਚ ਨਾਲ। ਆਤਮਾ ਨੂੰ ਕੁਛ ਨਹੀਂ ਹੁੰਦਾ ਭਾਈ। ਆਤਮਾ ਅਵਰ ਹੈ, ਆਪਦੇ ਮੂਲ ਜਾ ਲੈਂਦੀ ਹੈ, ਆਪਦੇ ਮੂਲ ਸਮਾ ਜਾਂਦੀ ਹੈ। ਮਿੱਟੀ ਮਿੱਟੀ 'ਚ ਰਲ ਜਾਂਦੀ ਹੈ, ਹਵਾ ਹਵਾ 'ਚ ਰਲ ਜਾਂਦੀ ਹੈ। ਆਪਾਂ ਕਬੀਰ ਜੀ ਦਾ ਦੂਆ ਸਲੋਕ ਲੈ ਲੈਂਦੇ ਹਾਂ। ਕੁਮਾਰੇ ਏਕ ਜੋ ਮਾਟੀ ਹੁੰਦੀ ਬਹੁ ਵਿਦਵਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਕੁਦਰਤ ਦੇ ਖੇਲ ਨੂੰ ਕੌਣ ਸਮਝੂਗਾ ਭਾਈ। ਕੋਈ ਜੰਮਦਾ ਰਾਜਾ ਹੈ। ਭਗਤ ਕਬੀਰ ਜੀ ਕਹਿੰਦੇ ਕੁਮਾਰੇ ਨੇ ਐਸਾ ਸੰਸਾਰ ਬਣਾਇਆ, ਕੁਦਰਤ ਨੇ ਐਸੀ ਮਿੱਟੀ ਲਾਈ ਹੈ, ਕਹਿ ਜੀ ਕੋਈ ਜੰਮਦਾ ਮੋਤੀ ਮਹਿਲ 'ਚ ਰਾਜਾ ਹੈ, ਕਈ ਬਿਮਾਰ ਹੀ ਹੁੰਦੇ ਨੇ। ਇਹ ਸਾਰਾ ਭਾਈ ਉਹਦਾ ਖੇਲ ਹੈ। ਜੇ ਇਹਨੂੰ ਸਮਝਣਾ ਮਾਂ ਤਾਂ ਗੁਰੂ ਉਪਦੇਸ਼ ਦੇ ਧਾਰਨੀ ਬਣਾਂਗੇ ਆਪਾਂ। ਇਹ ਵਿਚਾਰਧਾਰਾ ਨਾਲ ਜੋੜਾਂਗੇ। ਕਿਤੇ ਵੀ ਜਾਈਏ, ਮਸੀਤ ਜਾਂਦੇ ਹਾਂ ਤਾਂ ਅੱਲਾ ਦਾ ਗਿਆਨ ਚਾਹੀਦਾ ਹੈ, ਚਰਚ ਜਾਂਦੇ ਹਾਂ ਤਾਂ ਗੋਡ ਦਾ ਗਿਆਨ ਚਾਹੀਦਾ, ਮੰਦਰ ਜਾਂਦੇ ਹਾਂ ਤਾਂ ਹਰੀ ਦਾ ਗਿਆਨ ਚਾਹੀਦਾ, ਜੇ ਗੁਰੂ ਘਰ ਜਾਂਦੇ ਹਾਂ ਤਾਂ ਅਕਾਲ ਪੁਰਖ ਦਾ ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹੀ ਤਾਂ ਦੇ ਰਹੀ ਹੈ ਸੱਚ ਦਾ ਗਿਆਨ ਆਪਾਂ ਨੂੰ। ਸੱਚ ਦਾ ਗਿਆਨ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਇਹ ਸੁਣਨ ਤੋਂ ਬਾਅਦ ਹੁੰਦਾ ਹੈ। ਜਦੋਂ ਉਹਨੂੰ ਸੁਣਦੇ ਰਹਿੰਦੇ ਚੋਂ ਵਿਚਾਰ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ, ਫਿਰ ਸਾਡਾ ਮਨ ਟਿਕ ਜਾਂਦਾ। ਭਗਤ ਕਬੀਰ ਜੀ ਦੇ ਅਨੇਕਾਂ ਸਲੋਕ ਆਪਣੇ ਕੋਲ ਪਏ ਨੇ। ਆਪਾਂ ਇਹਨੂੰ ਵਿਚਾਰ ਕੇ ਜਿੰਨੀ ਕੁ ਮੱਤ ਸੀ ਇਸ ਸਲੋਕ ਨੂੰ ਦੱਸਿਆ ਵਾ। ਕੋਈ ਜਿਹੜੀ ਸ਼ਬਦ ਦੀ ਚਾਲ ਹੁੰਦੀ ਹੈ, ਜੇ ਉਹ ਸਾਨੂੰ ਨਾ ਸਮਝ ਆਵੇ ਅੱਗੇ ਤੋਂ, ਫਿਰ ਅਸੀਂ ਕਿਰਾਏ ਪੈ ਜਾਂਦੇ ਹਾਂ। ਇੱਥੇ ਕਿਸੇ ਵੈਸ ਨੂੰ ਮੱਤ ਵਾਲੇ ਸਤਿਗੁਰੂ ਸਮਝਾਉਂਦੇ ਨੇ, ਕੁਦਰਤ ਦੀ ਗੱਲ ਨਹੀਂ ਹੈ ਭਾਈ। ਬਾਗੇ ਕਾਪੜ ਚਿੱਟੇ ਕੱਪੜੇ ਵੈਸ ਨੂੰ ਮੱਤ ਵਾਲੇ ਭੇਖ ਮੰਨਦੇ ਨੇ। ਸਾਰੀਆਂ ਮੱਤਾਂ ਮੰਨਦੀਆਂ ਨੇ, ਉਹ ਭੇਖ ਨਾਲੇ ਜੁੜੀਆਂ ਹੋਈਆਂ ਨੇ। ਭੇਖ ਅਨੇਕ ਅਗਰ ਨਹੀਂ ਬੂਝੇ, ਜਿਹੜੇ ਭੇਖ ਨਾਲ ਜੁੜ ਕੇ ਸੰਸਾਰ 'ਚ ਇਹਨੂੰ ਧਰਮ ਮੰਨਣਗੇ। ਕੋਟ ਉਪਾ ਦਰਗੇ ਨਹੀਂ ਸਿੱਜੇ, ਕਰੋੜਾਂ ਵੀ ਉਪਾ ਕਰਨਗੇ ਭਾਈ, ਦਰਗਾਹ ਦੀ ਸੋਝੀ ਨਹੀਂ ਹੋ ਸਕਦੀ। ਫਿਰ ਜੰਮਣ ਮਰਨ ਨੂੰ ਚਲੇ ਜਾਣਗੇ, ਫਿਰ ਕਾਲ ਉਹਨਾਂ ਨੂੰ ਲੈ ਜਾਊਗਾ। ਆਪਾਂ ਦਰਸ਼ਨ ਕਰਨੇ ਆ ਹੁਕਮ ਦੇ, ਜਿਹਦੇ ਨਾਲ ਜੀਵ ਆਤਮਾ ਪੈਦਾ ਹੁੰਦੀ ਹੈ। ਅਸੀਂ ਜਨਮ ਲੈਂਦੇ ਹਾਂ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਜਿਹੜੇ ਬੁੱਝ ਲੈਂਦੇ ਨੇ ਹੁਕਮ, ਕੁਦਰਤ ਜਾਣ ਲੈਂਦੇ ਨੇ, ਉਹਦੀ ਰਹਿਮਤ ਲੈ ਲੈਂਦੇ ਨੇ, ਉਹਨਾਂ ਨੂੰ ਸਾਰੀ ਖੇਲ ਸਮਝ ਆਉਂਦੀ ਹੈ। ਉਹਨਾਂ ਨੂੰ ਇਹ ਬਾਣੀ ਸਮਝ ਆਉਣੀ ਹੈ ਉਸ ਅਵਸਥਾ 'ਚ ਜਾ ਕੇ। ਆਪਾਂ ਜਿੰਨੀ ਕੁ ਮੱਤ ਕੁਦਰਤ ਨੇ ਬਖਸ਼ੀ, ਆਪਾਂ ਇਹਨੂੰ ਵਿਚਾਰਿਆ। ਭਗਤ ਕਬੀਰ ਜੀ ਕੀ ਕਹਿੰਦੇ ਆ, ਕਬੀਰ ਐਸਾ ਕੋ ਨਾ ਜਨਮਿਆ ਜੋ ਆਪਣੀ ਕਰ ਲਗਾਵੇ ਕਾ ਆਗ। ਐਸਾ ਕੋਈ ਨਹੀਂ ਭਾਈ। ਦੁਬਾਰਾ ਇਹਦੇ ਅਰਥ ਕੀਤੇ ਗਏ ਨੇ। ਕਹਿੰਦੇ ਵੀ ਜਿਹੜੇ ਇਹੋ ਜਿਹੇ ਹੁੰਦੇ ਉਹਨਾਂ ਦਾ ਉਹ ਜੰਮਦਾ ਹੀ ਨਹੀਂ ਹੈਗਾ, ਦੁਬਾਰਾ ਜਨਮ ਹੀ ਨਹੀਂ ਹੁੰਦਾ। ਐਸੀ ਗੱਲ ਨਹੀਂ ਹੈਗੀ। ਆਪਾਂ ਸਾਰੇ ਜਿਹੜੇ ਉਹਦੀ ਵਿਚਾਰਧਾਰਾ ਵਾ ਗੁਰਬਾਣੀ ਦੀ, ਆਪਦੀ ਮੱਤ ਨਾਲ ਅਰਥਾ ਰਹੇ ਹਾਂ। ਭਗਤ ਜੀ ਇੱਥੇ ਕੀ ਸਮਝਾਉਣਾ ਚਾਹੁੰਦੇ ਆ, ਕਬੀਰ ਐਸਾ ਕੋ ਨਾ ਜਨਮਿਆ ਜੋ ਆਪਣੀ ਕਰ ਲਗਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹੇ ਹਰ ਲਿਵ ਲਾਗ। ਪਾਂਚੋਂ ਲੜਕੇ ਤੋਂ ਭਾਵ ਕਾਮ, ਕ੍ਰੋਧ, ਮੋਹ, ਲੋਭ, ਵਾਸਨਾ ਤੋਂ ਪਰੇ ਰਹੇ, ਉਹਨਾਂ ਨੂੰ ਬ੍ਰਹਮ ਅਗਨੀ ਨਾਲ ਸਾੜ ਕੇ ਤ੍ਰਿਸ਼ਨਾ ਤੋਂ ਦੂਰ ਰਹੇ। ਐਸੇ ਜੀਵ ਦਾ ਜਨਮ ਨਹੀਂ ਹੁੰਦਾ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ, ਫਿਰ ਹੀ ਆਪਾਂ ਨੂੰ ਮੁਕਤੀ ਮਿਲੂਗੀ ਭਾਈ। ਫਿਰ ਅੱਗੇ ਜਾ ਕੇ ਪਰਮਾਤਮਾ ਦਾ ਖੇਲ ਹੈ, ਉਹ ਤਾਂ ਭਾਈ ਕਥਨ ਤੋਂ ਪਰੇ ਹੈ। ਨਾਨਕ ਕਥਨਾ ਕਰੜਾ ਸਾਰਾ, ਉਹ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਇਹਨੂੰ ਸਮਝਦੇ ਰਹੀਏ। ਧਰਮ ਵਿਚਾਰ ਦਾ ਵਿਸ਼ਾ ਹੁੰਦਾ। ਧਰਮ ਕੋਈ ਭੇਖ ਨਹੀਂ ਹੈਗਾ। ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਫੇਸ, ਦੁਨੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਲੋਕ ਤਾਂ ਭਾਈ ਫਿਰ ਉਹਨੂੰ ਕਹਿੰਦੇ ਹੀ ਨਹੀਂ, ਭੇਖ ਕਰਕੇ ਪ੍ਰਭਾਵਿਤ ਹੋ ਜਾਂਦੇ ਨੇ। ਆਪੇ ਤੋਂ ਬਚਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।